ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 473 ਦੇ ਉੱਪਰ ਅੰਕਿਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਆਸਾ ਰਾਗ ਦੇ ਵਿੱਚ ਜੋ ਵਾਰ ਹੈ, ਜਿਹਦਾ ਕੀਰਤਨ ਗੁਰੂ ਘਰਾਂ ਵਿੱਚ ਹੁੰਦਾ ਹੈ, ਇਹਦੇ 18 ਪੌੜੀਆਂ ਦੀ ਵਿਚਾਰ ਕੱਲ ਤੱਕ ਆਪਾਂ ਕੀਤੀ ਸੀ। ਅੱਜ 19ਵੀਂ ਪੌੜੀ ਦੇ ਨਾਲ ਇਹ ਸ਼ਲੋਕ ਨੇ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸ਼ਲੋਕ ਹੈ। ਜਦੋਂ ਧਰਮ ਦੀ ਦੁਨੀਆ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਉਲਝਾਇਆ ਜਾਂਦਾ ਹੈ, ਆਹ ਕੰਮ ਨਹੀਂ ਕਰਨਾ, ਆਹ ਕੰਮ ਕਰਨਾ ਹੈ, ਰੱਬ ਖੁਸ਼ ਹੋ ਜਾਏਗਾ, ਪਰ ਸੋਚ ਸੁਭਾਅ ਨਾਲ ਸੰਬੰਧਿਤ ਗੱਲ ਨਾ ਕਰਨੀ। ਧਰਮ ਦੇ ਕਰਮ ਹੋਈ ਜਾਣੇ, ਦੁੱਖ ਸਾਰੇ ਸੁਭਾਅ ਵਿੱਚੋਂ ਨਿਕਲਦੇ ਨੇ, ਚਾਹੇ ਉਹ ਘਰ ਦਾ ਕਲੇਸ਼ ਹੈ, ਚਾਹੇ ਉਹ ਧੜੇਬੰਦੀਆਂ ਨੇ, ਚਾਹੇ ਫਜ਼ੂਲ ਖਰਚੀਆਂ ਨੇ, ਚਾਹੇ ਉਹ ਸਮਾਜਿਕ ਬੁਰਾਈਆਂ ਨੇ, ਇਹ ਸਾਰੀਆਂ ਸੁਭਾਅ ਵਿੱਚੋਂ ਨਿਕਲਦੀਆਂ ਨੇ। ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ। ਸਿੱਖਣ ਦੀ ਬਿਰਤੀ ਹੋਵੇ, ਸਿੱਖ ਸਕਦੇ ਹਾਂ, ਆਪਣੇ ਆਪ ਨੂੰ ਬਦਲ ਸਕਦੇ ਹਾਂ, ਆਪਣਾ ਸੁਭਾਅ, ਆਪਣੀ ਸੋਚ ਬਦਲੀ ਜਾ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿੰਨੀਆਂ ਸਿੱਖਿਆਵਾਂ ਨੇ, ਸੋਚ ਤੇ ਸੁਭਾਅ ਨਾਲ ਸੰਬੰਧਿਤ ਹੈ। ਉਹਨਾਂ ਸਿੱਖਿਆਵਾਂ ਨੂੰ ਪ੍ਰਚਾਰਨ ਦੀ ਬਜਾਏ ਧਰਮ ਦੇ ਕਰਮ ਪ੍ਰਚਾਰੇ ਜਾਂਦੇ ਨੇ, ਹਮੇਸ਼ਾ ਹੀ, ਹਰ ਧਰਮ ਦੇ ਵਿੱਚ, ਤੇ ਉਹ ਫਿਰ ਕਰਮਕਾਂਡ ਬਣ ਕੇ ਰਹਿ ਜਾਂਦੇ ਨੇ। ਲੋਕ ਕਰਮ ਤਾਂ ਕਰਦੇ ਨੇ ਧਰਮ ਦੇ, ਸੁਭਾਅ ਬਦਲਦਾ ਨਹੀਂ, ਸੋਚ ਬਦਲਦੀ ਨਹੀਂ, ਤੇ ਜ਼ਿੰਦਗੀ ਵਿੱਚ ਮਾਰ ਖਾ ਰਹੇ ਨੇ। ਇੱਥੇ ਇੱਕ ਧਰਮ ਦਾ ਕਰਮ ਕਿ ਹੱਥ ਧੋਣੇ, ਸੁੱਚਾ ਰਹਿਣਾ, ਫਿਰ ਜਿੱਥੇ ਖਾਣਾ ਖਾਣਾ ਹੈ ਉਹ ਵੀ ਸੁੱਚਾ ਚੌਂਕਾ ਬਣਾਉਣਾ, ਫਿਰ ਕਹਿਣਾ ਕਿ ਇੱਥੇ ਔਰਤ ਨਾ ਆਵੇ। ਜੇ ਔਰਤ ਨੂੰ ਜਿਹੜਾ ਹੈ ਉਹ ਜੋ ਨੈਚੁਰਲ ਪ੍ਰੋਸੈਸ ਹੈ, ਜਿਹਨੂੰ ਮੈਂਸਿਸ ਕਹਿ ਦਿੰਦੇ ਹਾਂ, ਪੀਰੀਅਡ ਕਹਿ ਦਿੰਦੇ ਹਾਂ, ਮੰਥਲੀ ਜੋ ਮਾਸਿਕ ਮਾਹਵਾਰੀ ਧਰਮ ਹੈ, ਉਹ ਹੋਇਆ ਹੋਵੇ, ਉਹ ਨੇੜੇ ਨਹੀਂ ਲੱਗ ਸਕਦੀ, ਇਹ ਸੁੱਚਾ ਹੈ, ਇਹ ਮੈਲੀ ਹੈ। ਇੱਦਾਂ ਕਰਕੇ ਇਹ ਜੋ ਭਰਮ ਪਾਏ ਗਏ ਨੇ, ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਖੰਡਨ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੱਸ ਰਹੇ ਨੇ। ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਧਰਮ ਦਾ ਕਰਮ ਕਰਨ ਵਾਲਾ, ਧਰਮ ਸਿਖਾਉਣ ਵਾਲਾ ਪੁਜਾਰੀ ਆਪ ਆਪਣੇ ਆਪ ਨੂੰ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਸੁੱਚਾ ਹੋ ਕੇ ਬੈਠਦਾ ਹੈ, ਤੇ ਕਹਿੰਦਾ ਹੈ ਕਿ ਜਿੱਥੇ ਬੈਠਣਾ ਹੈ ਉਹ ਜਗ੍ਹਾ ਵੀ ਸੁੱਚੀ ਹੋਵੇ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਪਾਣੀ ਛਿੜਕੋ। ਸੁੱਚਾ ਹੋ ਕੇ ਸੁੱਚੇ ਥਾਂ ਤੇ ਬੈਠ ਜਾਂਦਾ ਹੈ। ਤੇ ਹੁਣ ਉਹਨੂੰ ਛਕਾਉਣ ਵਾਲੇ ਕਹਿੰਦੇ ਨੇ ਇਸ਼ਨਾਨ ਕੀਤਾ ਹੋਣਾ ਚਾਹੀਦਾ ਹੈ, ਸੁੱਚੇ ਹੱਥ ਹੋਣ, ਸੁੱਚੇ ਅੱਗੇ ਰੱਖਿਓਨ ਕੋਈ ਨਾ ਭਿੱਟਿਓ ਜਾਏ। ਤੇ ਉਹ ਭੋਜਨ ਰੱਖਤਾ ਵੀ ਉਹਨੂੰ ਪਹਿਲਾਂ ਕਿਸੇ ਨੇ ਹੱਥ ਨਹੀਂ ਲਾਉਣਾ, ਪਿੱਟਿਆ ਜਾਏਗਾ, ਸੁੱਚਾ ਭੋਜਨ ਰੱਖ ਦਿੱਤਾ। ਸੁੱਚਾ ਹੋਏ ਕਹਿ ਜੇਵਿਆ, ਲੱਗਾ ਪੜਨ ਸ਼ਲੋਕ। ਤੇ ਸੁੱਚਾ ਹੋ ਕੇ ਸੁੱਚੇ ਭੋਜਨ ਨੂੰ ਛਕਣ ਤੋਂ ਪਹਿਲਾਂ ਸ਼ਲੋਕ ਪੜ੍ਹਦਾ ਹੈ ਧਾਰਮਿਕ ਗ੍ਰੰਥਾਂ ਦੇ। ਕਹਥੀ ਜਾਏ ਸਟਿਆ ਕਿਸੇ ਲੱਗਾ ਦੋਖ। ਤੂੰ ਕਹੀ ਜਾਂਦਾ ਹੈ ਸੁੱਚਾ ਭੋਜਨ ਹੈ, ਪਿਆਰਿਆ ਹੁਣ ਉੱਥੇ ਸੁੱਟ ਦਿੱਤਾ ਹੈ ਸਰੀਰ ਵਿੱਚ, ਜਿੱਥੇ ਇਸ ਨੇ ਸਾਰਾ ਗੰਦਾ ਮੰਦਾ ਥਾਂ ਹੈ, ਅੰਦਰ ਸਾਰਾ ਕੁਝ ਗੰਦਗੀ ਹੀ ਬਣ ਜਾਣਾ ਹੈ। ਕਿਹਨੂੰ ਦੋਸ਼ ਲੱਗਿਆ? ਕਿਸ ਸੁੱਚੇਪਣ ਦੀ ਤੂੰ ਗੱਲ ਕਰਦਾ ਹੈ? ਹੁਣ ਇੱਥੇ ਸਮਝਾਉਣ ਵਾਸਤੇ ਕਹਿ ਰਹੇ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ। ਅੰਨ, ਪਾਣੀ, ਅੱਗ, ਲੂਣ, ਘੀ, ਇਹਨੂੰ ਰਸੋਈ ਦੇ ਵਿੱਚ ਪਵਿੱਤਰ ਮੰਨਿਆ ਸੀ, ਕਿਉਂਕਿ ਮਨੁੱਖ ਦੀ ਖੁਰਾਕ ਬਣਦੀ ਹੈ, ਇਹਦੇ ਚੋਂ ਭੋਜਨ ਬਣਦਾ ਹੈ। ਕਹਿੰਦੇ ਆਲਰੇਡੀ ਪਵਿੱਤਰ ਸਨ ਪਿਆਰਿਆ, ਰੱਬ ਦੇ ਬਣਾਏ ਹੋਏ ਸੀ। ਤਾਂ ਹੋਆ ਪਾਕ ਪਵਿੱਤ, ਤਾਂ ਕਿਤੇ ਜਾ ਕੇ ਇਹ ਭੋਜਨ ਜਿਹੜਾ ਹੈ ਪਵਿੱਤਰ ਬਣਿਆ ਹੈ। ਖਾਣਾ ਪੀਣਾ ਪਵਿੱਤਰ ਹੈ, ਖਾਣਾ ਪੀਣਾ ਤਾਂ ਰੱਬ ਦਾ ਪੈਦਾ ਕੀਤਾ ਹੋਇਆ ਆਲਰੇਡੀ ਪਵਿੱਤਰ ਹੈ। ਜਿਹੜੀ ਅਸੀਂ ਸੁਚਮਤਾ ਕਹਿੰਦੇ ਹਾਂ, ਉਹਦਾ ਸੰਬੰਧ ਸਰੀਰ ਨਾਲ ਹੈ, ਉਹਦਾ ਸੰਬੰਧ ਸਫਾਈ ਨਾਲ ਹੈ, ਉਹਦਾ ਸੰਬੰਧ ਧਰਮ ਨਾਲ ਨਹੀਂ ਹੈ।
ਧਰਮ ਦਾ ਸੰਬੰਧ ਮਨ ਦੀ ਸੁਚਮਤਾ, ਅੰਦਰ ਸੋਚ ਸ਼ੁੱਧ ਹੋਵੇ, ਅੰਦਰ ਨੀਅਤ ਸ਼ੁੱਧ ਹੋਵੇ, ਅੰਦਰ ਵਿਜ਼ਨ ਸ਼ੁੱਧ ਹੋਣ, ਅੰਦਰ ਮੈਲੇ ਵਿਚਾਰ ਨਾ ਹੋਣ, ਸੁਭਾਅ ਮੈਲਾ ਨਾ ਹੋਵੇ, ਅੰਦਰ ਸਵਾਰਥ ਨਾ ਹੋਵੇ, ਲੋਭ ਲਾਲਚ ਨਾ ਹੋਵੇ, ਅੰਦਰ ਨਫ਼ਰਤ ਨਾ ਹੋਵੇ, ਅੰਦਰ ਹੰਕਾਰ ਨਾ ਹੋਵੇ, ਅੰਦਰ ਕ੍ਰੋਧ ਦੀ ਬਿਰਤੀ ਨਾ ਹੋਵੇ। ਸੁਚਮਤਾ ਦਾ ਸੰਬੰਧ ਇਹਦੇ ਨਾਲ ਸੀ। ਸਤਿਗੁਰੂ ਕਹਿਣ ਲੱਗੇ, ਪਿਆਰਿਓ, ਪਾਪੀ ਸਿਉ ਤਨ ਗੱਡਿਆਂ, ਥੁੱਕਾਂ ਪਈਆਂ ਤਿੱਤ। ਉਹ ਜਿਹੜਾ ਭੋਜਨ ਪਵਿੱਤਰ ਸੀ, ਉਹਨੇ ਜਦੋਂ ਸਰੀਰ ਦਾ ਸੰਗ ਕੀਤਾ, ਸਰੀਰ ਦੇ ਅੰਦਰ ਗਿਆ ਤੇ ਅੰਦਰੋਂ ਗੰਦਗੀ ਬਣ ਕੇ ਬਾਹਰ ਨਿਕਲਿਆ, ਲੋਕ ਉੱਤੇ ਥੁੱਕਾਂ ਪਾਉਂਦੇ ਨੇ। ਸਿੱਖੋ ਇਸ ਤੋਂ, ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਵੈ ਰਸ ਖਾਹਿ। ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ ਗਿਆਨ ਰੂਪੀ ਨਾਮ ਹੈ। ਜੇ ਇਹਦੀ ਡਿਸਕਸ ਨਹੀਂ ਕਰਾਂਗੇ, ਇਹਦੀ ਵਿਚਾਰ ਨਹੀਂ ਕਰਾਂਗੇ, ਇਹਨੂੰ ਜ਼ਿੰਦਗੀ ਵਿੱਚ ਜਿਉਵਾਂਗੇ ਨਹੀਂ, ਤੇ ਰੱਬ ਦੇ ਪਿਆਰ ਦੇ ਰਸ ਤੋਂ ਬਿਨਾਂ ਜੋ ਕੁਛ ਵੀ ਖਾਂਦੇ ਹਾਂ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਹੇ ਨਾਨਕ ਜੀ, ਇਦਾਂ ਜਾਣੀਏ, ਇਦਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਉਸ ਪਵਿੱਤਰ ਭੋਜਨ ਤੇ ਸਰੀਰ ਦਾ ਸੰਗ ਕਰਨ ਦੇ ਨਾਲ ਥੁੱਕਾਂ ਪੈਂਦੀਆਂ ਨੇ, ਉਹ ਗੰਦਗੀ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇ ਰੱਬ ਦੇ ਉਪਦੇਸ਼ਾਂ ਨੂੰ ਸੋਚ ਸੁਭਾਅ ਤੇ ਲਾਗੂ ਨਾ ਕੀਤਾ, ਪ੍ਰੈਕਟੀਕਲ ਨਾ ਜਿਉਇਆ, ਤੇ ਰੱਬ ਦੀਆਂ ਨਜ਼ਰਾਂ ਦੇ ਵਿੱਚ ਫਿਰ ਪਿਆਰਿਆ ਇਹ ਜੀਵਨ ਦੀ ਬੇਇੱਜ਼ਤੀ ਹੁੰਦੀ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਗਲਾ ਸ਼ਲੋਕ। ਹੁਣ ਉੱਥੇ ਕਹਿੰਦੇ ਸੀ ਜੀ, ਔਰਤ ਜਿਹੜੀ ਹੈ ਉਹ ਅਗਰ ਉਹਨੂੰ ਧਾਰਮਿਕ ਜਿਹੜਾ ਮਾਸਿਕ ਧਰਮ ਹੈ, ਪੀਰੀਅਡ ਆ ਰਿਹਾ ਹੈ, ਤਾਂ ਉਸ ਸਮੇਂ ਦੇ ਵਿੱਚ ਉਹ ਹੱਥ ਨਾ ਲਾਵੇ ਜੀ, ਪਿੱਟੀ ਜਾਂਦੀ ਹੈ। ਸਤਿਗੁਰੂ ਕਹਿਣਗੇ ਹੱਦ ਕਰ ਦਿੱਤੀ। ਤੁਸੀਂ ਨੈਚੁਰਲ ਪ੍ਰੋਸੈਸ ਨੂੰ, ਕੁਦਰਤ ਦੇ ਉਸ ਨਿਜ਼ਮ ਨੂੰ ਜਿਹੜਾ ਰੱਬ ਨੇ ਬਣਾਇਆ ਵੀ ਭਲੇ ਲਈ ਹੈ, ਉਹਦੇ ਵਿੱਚੋਂ ਹੀ ਸ੍ਰਿਸ਼ਟੀ ਸਾਜੀ ਜਾਂਦੀ ਹੈ, ਉਹਦੇ ਵਿੱਚੋਂ ਹੀ ਬੱਚੇ ਦਾ ਜਨਮ ਹੁੰਦਾ ਹੈ, ਤੇ ਤੁਸੀਂ ਉਸ ਨੂੰ ਸੁਚਮਤਾ ਮਲੀਨਤਾ ਨਾਲ ਜੋੜ ਕੇ ਰੱਖ ਦਿੱਤਾ। ਫਿਰ ਤੁਸੀਂ ਔਰਤ ਨੂੰ ਨੀਵਾਂ ਦਿਖਾ ਦਿੱਤਾ, ਔਰਤ ਆਹ ਨਹੀਂ ਕਰ ਸਕਦੀ, ਔਰਤ ਆਹ ਨਹੀਂ ਕਰ ਸਕਦੀ। ਸਤਿਗੁਰੂ ਕਹਿ ਰਹੇ ਨੇ ਸ਼ਲੋਕ ਵਿੱਚ, ਮਹੱਲਾ ਪਹਿਲਾ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡ ਭਾਂਡਾ। ਔਰਤ ਦਾ ਸਰੀਰ ਵੀ ਉਹੀ ਭਾਂਡਾ ਹੈ, ਜਿਵੇਂ ਮਰਦ ਦੇ ਸਰੀਰ ਦਾ ਇੱਕ ਭਾਂਡਾ ਹੈ। ਰੱਬ ਨੇ ਸਾਰੇ ਭਾਂਡੇ ਸਾਜੇ ਨੇ, ਉਸ ਵਿੱਚ ਹੀ, ਉਸ ਸਰੀਰ ਦੇ ਵਿੱਚ ਹੀ ਜਨਮ ਹੁੰਦਾ ਹੈ। ਨਿੰਮੀ ਹੈ, ਉਸ ਸਰੀਰ ਵਿੱਚ ਹੀ ਸਰੀਰ ਬਣਦਾ ਹੈ, ਤੇ ਉਸੇ ਦੇ ਨਾਲ ਮੰਗਣੀ ਤੇ ਵਿਆਹ ਹੁੰਦਾ ਹੈ। ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹ, ਤੇ ਉਸੇ ਦੇ ਨਾਲ ਹੀ ਸੰਬੰਧ ਬਣਦੇ ਨੇ। ਤੇ ਔਰਤ ਦੇ ਕਰਕੇ ਹੀ ਇਹ ਅੱਗੇ ਦੀ ਅੱਗੇ ਸ੍ਰਿਸ਼ਟੀ ਸਾਜੀ ਜਾਂਦੀ ਹੈ, ਅੱਗੋਂ ਬੱਚੇ ਆਉਂਦੇ ਨੇ, ਫਿਰ ਪੋਤਰੇ ਆਉਂਦੇ ਨੇ। ਇਹ ਔਰਤ ਦੇ ਰਾਹੀਂ ਹੀ ਤਾਂ ਇਹ ਸਾਰਾ ਰਾਹ ਸਿਲਸਿਲਾ ਚੱਲਦਾ ਹੈ। ਭੰਡ ਮੁਆ ਭੰਡ ਭਾਲੀ ਹੈ, ਭੰਡ ਹੋਵੈ ਬੰਧਾਨ। ਜੇ ਕਿਤੇ ਔਰਤ ਮਰ ਜਾਵੇ, ਮੂਆ, ਫਿਰ ਹੋਰ ਔਰਤ ਭਾਲੀ ਜਾਂਦੀ ਹੈ, ਉਹਦੇ ਨਾਲ ਹੀ ਰਿਸ਼ਤੇਦਾਰੀਆਂ ਬਣਦੀਆਂ ਨੇ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤੇ ਔਰਤ ਨੇ ਚੰਗੇ ਚੰਗੇ ਰਾਜਿਆਂ ਨੂੰ ਜਨਮ ਦਿੱਤਾ ਹੈ। ਫਿਰ ਇਸ ਤਰ੍ਹਾਂ ਔਰਤ ਨੂੰ ਨੀਵਾਂ ਕਿਉਂ ਦਿਖਾ ਰਹੇ ਹੋ? ਭੰਡੋ ਹੀ ਭੰਡ ਉਪਜੈ, ਭੰਡੈ ਵਾਜ ਨਾ ਕੋਏ। ਜੋ ਵੀ ਪੈਦਾ ਹੋਇਆ ਉਹ ਔਰਤ ਤੋਂ ਹੀ ਪੈਦਾ ਹੋਇਆ। ਜਿਹੜਾ ਵੀ ਮਰਦ ਦੇ ਸਰੀਰ ਰੂਪੀ ਭਾਂਡਾ ਪੈਦਾ ਹੁੰਦਾ ਹੈ, ਉਹ ਔਰਤ ਦੇ ਸਰੀਰ ਰੂਪੀ ਭਾਂਡੇ ਚੋਂ ਹੀ ਪੈਦਾ ਹੁੰਦਾ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ। ਨਾਨਕ ਭੰਡਾ ਬਾਹਰਾ, ਇੱਕੋ ਸੱਚਾ ਸੋਏ। ਇੱਕੋ ਇੱਕ ਰੱਬ ਹੈ, ਜਿਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਪਿਆਰਿਓ, ਸੋ ਕਿਉਂ ਮੰਦਾ ਵਾਹਿਗੁਰੂ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ। ਜਿਹੜਾ ਮੁਖ ਰੱਬੀ ਉਪਦੇਸ਼ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੁਖ ਦੇ ਨਾਲ ਵਿਚਾਰਾਂ ਕਰਦਾ ਹੈ, ਕੁਰਬਾਨ ਜਾਂਦਾ ਹੈ, ਖਿੜੇ ਮੱਥੇ ਮੰਨਦਾ ਹੈ, ਉਹਦੇ ਮੱਥੇ ਦੇ ਭਾਗ ਰੱਤੀ ਚਾਰ, ਕੀਮਤੀ ਮਣੀ, ਭਾਵ ਉਹ ਸੋਹਣੀ ਸੋਚ ਬਣ ਜਾਂਦੀ ਹੈ ਅੰਦਰ। ਉਹਨੂੰ ਗੁਰਬਾਣੀ ਅਨੁਸਾਰ, ਗੁਰਮਤ ਅਨੁਸਾਰ ਸੋਚਣ ਦਾ ਇੱਕ ਨਜ਼ਰੀਆ ਮਿਲ ਜਾਂਦਾ ਹੈ। ਉਹਦਾ ਪੁਆਇੰਟ ਆਫ ਵਿਊ, ਉਹਦਾ ਪ੍ਰਸਪੈਕਟਿਵ, ਉਹਦਾ ਨਜ਼ਰੀਆ ਗੁਰੂ ਪਾਤਸ਼ਾਹ ਦੀ ਸੋਚ ਨਾਲ ਮੇਲ ਖਾਂਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਦੁੱਖ ਦੁੱਖ ਨਹੀਂ ਹੁੰਦੇ, ਦਾਤ ਹੁੰਦੇ ਨੇ, ਦਾਰੂ ਹੁੰਦੀ ਹੈ।
ਗੁਰੂ ਪਾਤਸ਼ਾਹ ਕਹਿੰਦੇ ਨੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਿ ਜਿਸ ਨੂੰ ਸਮਝ ਆ ਗਈ ਉਹ ਦੁੱਖਾਂ ਵਿੱਚ ਘਬਰਾਉਂਦਾ ਨਹੀਂ। ਤੇ ਜਦੋਂ ਇਹਨਾਂ ਰੱਬੀ ਉਪਦੇਸ਼ਾਂ ਨੂੰ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ 'ਚ ਕੋਈ ਮੰਨਦਾ ਹੈ, ਕੁਰਬਾਨ ਜਾਂਦਾ ਹੈ, ਉਹਦੀ ਵਿਚਾਰ ਚਰਚਾ ਕਰਦਾ ਹੈ, ਖਿੜੇ ਮੱਥੇ ਮੰਨਦਾ ਹੈ, ਤਾਂ ਉਹਦੇ ਮੱਥੇ ਦੀ ਸੋਚ ਵੀ ਫਿਰ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਉਹ ਵੀ ਘਬਰਾਉਂਦਾ ਨਹੀਂ। ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਤਿਤ ਸੱਚਾ ਦਰਬਾਰ। ਹੈ ਨਾਨਕ ਜੀ, ਰੱਬ ਦੀਆਂ ਨਜ਼ਰਾਂ 'ਚ ਉਹਨਾਂ ਦੇ ਮੁਖ ਉਜਲੇ ਨੇ। ਉਹ ਸੱਚੇ ਦੇ ਦਰਬਾਰ ਵਿੱਚ, ਰੱਬ ਦੀਆਂ ਨਜ਼ਰਾਂ ਵਿੱਚ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਘਰ ਵਿੱਚ ਬਖਸ਼ਾਂ ਹੁੰਦੀਆਂ ਨੇ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀ ਹੈ। ਹੁਣ ਪੌੜੀ ਵਿੱਚ ਸਤਿਗੁਰੂ ਜੀ ਕਹਿੰਦੇ ਹਰ ਕੋਈ ਨਾ ਸਵਾਰਥ ਵਿੱਚ ਜਿਉ ਰਿਹਾ। ਆ ਵੀ ਮੇਰਾ, ਆ ਵੀ ਮੇਰਾ, ਆਪਣਾ ਆਪਣਾ। ਜਿਹਦੇ ਅੰਦਰ ਇਹ ਸਵਾਰਥ ਨਹੀਂ ਹੈ, ਜਿਹੜਾ ਲੋਭ ਲਾਲਚ ਤੋਂ ਬਚ ਗਿਆ, ਜਿਹੜਾ ਸਬਰ ਸੰਤੋਖ ਵਿੱਚ ਦੂਸਰਿਆਂ ਲਈ ਆਪਾ ਵਾਰਦਾ, ਸੋ ਚੁਣ ਕੱਢੀ ਹੈ। ਉਹਨੂੰ ਚੁਣ ਕੇ ਕੱਢਣਾ ਚਾਹੀਦਾ। ਭਾਵ ਉਹ ਤਾਂ ਆਈਡੀਅਲ ਹੈ, ਉਹ ਤਾਂ ਵਿਰਲਿਆਂ ਚੋਂ ਹੈ। ਤੇ ਗੁਰੂ ਕੇ ਗੁਰਸਿੱਖਾਂ ਨੇ ਵਿਰਲੇ ਬਣਨਾ ਹੈ। ਜਬ ਲਗ ਖਾਲਸਾ ਰਹਿ ਨਿਆਰਾ। ਅਸੀਂ ਸਵਾਰਥੀ ਨਹੀਂ ਬਣਨਾ, ਅਸੀਂ ਚਾਪਲੂਸ ਨਹੀਂ ਬਣਨਾ, ਅਸੀਂ ਆਪਣੇ ਮਕਸਦ ਲਈ ਕਿਸੇ ਦੀਆਂ ਮੁਤਾਜੀਆਂ ਕਰਨ ਵਾਲੇ ਨਹੀਂ ਬਣਨਾ। ਅਸੀਂ ਤਾਂ ਦੂਜਿਆਂ ਲਈ ਜਿਉਣਾ ਹੈ, ਪਰਉਪਕਾਰ ਲਈ ਆਪਾ ਵਾਰਨਾ ਹੈ, ਸਬਰ ਸੰਤੋਖ ਵਿੱਚ ਜਿਉਣਾ ਹੈ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀ ਹੈ। ਕਿਉਂਕਿ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਦੀ ਸੋਚ ਹੋਏਗੀ, ਜਿਸ ਤਰ੍ਹਾਂ ਦੀ ਭਾਵਨਾ ਹੋਏਗੀ, ਉਸ ਤਰ੍ਹਾਂ ਦੇ ਕਰਮ ਹੋਣਗੇ। ਤੇ ਜਿਸ ਤਰ੍ਹਾਂ ਦੇ ਕਰਮ ਹੋਣਗੇ, ਮਨ ਦੇ ਕਰਮ, ਮਤ ਦੇ ਕਰਮ, ਜਿਸ ਤਰ੍ਹਾਂ ਦੀ ਭਾਵਨਾ ਸੋਚ ਹੋਏਗੀ, ਉਸ ਤਰ੍ਹਾਂ ਦਾ ਫਿਰ ਲੇਖਾ ਜੋਖਾ ਜ਼ਿੰਦਗੀ 'ਚ ਹੋਏਗਾ। ਔਰ ਸੰਢੀਏ ਭਰਨਾ ਪਏਗਾ, ਭੁਗਤਣਾ ਪਏਗਾ। ਜਾਂ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤਗਾਰ ਬਹੰਡੀ ਹੈ। ਜੇ ਇਸ ਸੰਸਾਰ ਤੇ ਰਹਿਣਾ ਹੀ ਨਹੀਂ, ਇਹ ਜੀਵਨ ਥੋੜ ਚਿਰ ਇੱਕ ਦਿਨ ਮੌਤ ਹੋਣੀ ਹੈ, ਫਿਰ ਹੰਕਾਰ ਕਿਉਂ ਕੀਤਾ ਜਾਵੇ? ਕਾਇਤ ਕਿਉਂ? ਗਰਭ ਹੰਕਾਰ ਹੰਡੀ ਹੈ। ਫਿਰ ਹੰਕਾਰ, ਗੁਮਾਨ, ਵਿਖਾਵੇ ਵਿੱਚ ਕਿਉਂ ਜਾਇਆ ਜਾਵੇ? ਦੂਸਰਿਆਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨੀ, ਇਹ ਹੰਕਾਰ ਹੈ। ਦੂਸਰਿਆਂ ਨੂੰ ਨੀਵਾਂ ਦਿਖਾਉਣਾ, ਨਿੰਦੀ ਜਾਣਾ, ਨੁਕਸ ਲੱਭਣੇ, ਹੰਕਾਰ ਹੈ। ਇੱਥੇ ਰਹਿ ਜਾਣਾ ਸਭ ਕੁਛ। ਇਹਦੇ ਨਾਲ ਸੋਚ ਵਿੱਚ, ਸੁਭਾਅ ਵਿੱਚ, ਘਰ ਵਿੱਚ ਖਿਲਾਰਾ ਪੈਂਦਾ ਹੈ ਹੰਕਾਰ ਨਾਲ। ਇਸ ਲਈ ਮੰਦਾ ਕਿਸੇ ਨੇ ਆਖੀ ਹੈ, ਪੜ ਅੱਖਰ ਇਹੋ ਬੁੱਝੀ ਹੈ। ਅੱਖਰ ਦੇ ਅਰਥ ਹੁੰਦਾ ਗਿਆਨ। ਗਿਆਨ ਪ੍ਰਾਪਤ ਹੁੰਦਾ ਹੈ, ਸੋਝੀ ਮਿਲਦੀ ਹੈ ਤੇ ਸਮਝ ਆਉਂਦੀ ਹੈ। ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਕੀ ਮੰਦਾ ਆਖੀਏ? ਹਰ ਕੋਈ ਆਪਣੀ ਆਪਣੀ ਸੋਚ ਅਨੁਸਾਰ ਜਿਉ ਰਿਹਾ, ਆਪਣੇ ਸੁਭਾਅ ਅਨੁਸਾਰ ਜਿਉ ਰਿਹਾ। ਪਰ ਇੱਕ ਗੱਲ ਸਿਖਾ ਦਿੱਤੀ, ਮੂਰਖ ਹੈ ਨਾਲ ਨਾ ਲੁੱਝੀ ਹੈ। ਜਿਹੜਾ ਬੰਦਾ ਆਪਣੇ ਹੀ ਮਨ ਨੂੰ ਮੂਹਰੇ ਰੱਖਦਾ ਹੈ, ਆਪਣੇ ਹੀ ਮੂੰਹ ਨੂੰ ਮੂਹਰੇ ਰੱਖਦਾ ਹੈ, ਆਪਣੀ ਹੀ ਗੱਲ ਥੋਪਣੀ ਚਾਹੁੰਦਾ ਹੈ, ਦੂਜੇ ਦੀ ਸੁਣਨੀ ਨਹੀਂ ਚਾਹੁੰਦਾ, ਮੰਨਣੀ ਨਹੀਂ ਚਾਹੁੰਦਾ, ਉਹਦੇ ਨਾਲ ਐਵੇਂ ਡਿਸਕਸ ਕਰਨ ਦੀ ਲੋੜ ਨਹੀਂ, ਐਵੇਂ ਲੁੱਝਣ ਦੀ ਲੋੜ ਨਹੀਂ। ਜਿਹੜਾ ਸਿੱਖਣ ਦੀ ਬਿਰਤੀ ਨਾਲ ਕੁਝ ਪੁੱਛਦਾ ਹੈ, ਉਹਨੂੰ ਦੱਸ ਦੇਣਾ ਚਾਹੀਦਾ, ਉਹਨੂੰ ਸਿਖਾ ਦੇਣਾ ਚਾਹੀਦਾ। ਸਿੱਖਣ ਵਾਲਿਆਂ ਨੂੰ ਵੰਡ ਦੇਣਾ ਚਾਹੀਦਾ। ਕਿਉਂਕਿ ਗੁਣ ਕਾ ਗਾਹਕ ਜੇ ਮਿਲੈ, ਜੇ ਗਾਹਕ ਹੋਏਗਾ ਨਾ ਤੇ ਫਿਰ ਦਾਤ ਕੀਮਤੀ ਹੁੰਦੀ ਹੈ। ਤੇ ਵਿਰਲੇ ਨੇ ਜਿਹੜੇ ਗਾਹਕ ਨੇ, ਨਹੀਂ ਤੇ ਆਪਣੀ ਗੱਲ ਰੱਖਣ ਵਾਲੇ ਬਹੁਤੇ ਨੇ। ਉਹਨਾਂ ਨਾਲ ਨਹੀਂ ਬਹੁਤਾ ਲੁੱਝਣਾ ਚਾਹੀਦਾ, ਆਪਣੇ ਆਪ ਨੂੰ ਰਿਜ਼ਰਵ ਰਹਿਣਾ ਚਾਹੀਦਾ ਹੈ। ਸ਼ਲੋਕ ਮਹੱਲਾ ਪਹਿਲਾ। ਹੁਣ ਅੱਗੇ ਜੋ 20ਵੀਂ ਪੌੜੀ ਹੈ, ਉਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਲੋਕ ਹੈ। ਨਾਨਕ ਫਿੱਕਾ ਬੋਲੇ ਹੈ, ਤਨ ਮਨ ਫਿੱਕਾ ਹੋਏ। ਇਹ ਨਾਨਕ ਜੀ, ਜੇ ਜ਼ੁਬਾਨ ਤੋਂ ਫਿੱਕੇ ਬੋਲ ਬੋਲਾਂਗੇ, ਰੁੱਖੇ ਬੋਲ ਬੋਲਾਂਗੇ, ਕੌੜੇ ਬੋਲ ਬੋਲਾਂਗੇ, ਇਹ ਮਨ ਵਿੱਚ ਫਿੱਕੇ ਬੋਲ ਬੋਲਣ ਦੀ ਆਦਤ ਬਣ ਜਾਏਗੀ, ਮਨ ਵੀ ਫਿੱਕਾ ਹੋ ਜਾਏਗਾ। ਤੇ ਤਨ ਫਿੱਕਾ ਹੋਣ ਦੇ ਅਰਥ ਹੈ ਫਿਰ ਇਹਦਾ ਇੰਪ੍ਰੈਸ਼ਨ ਘਟ ਜਾਏਗਾ, ਲੋਕਾਂ ਤੇ ਪ੍ਰਭਾਵ ਨਹੀਂ ਬਣੇਗਾ। ਫਿੱਕੋ ਫਿੱਕਾ ਸੱਦੀ ਹੈ, ਫਿੱਕੇ ਫਿੱਕੀ ਸੋਏ, ਤਾਂ ਉਹਨੂੰ ਇਹੀ ਕਹਿਣਗੇ ਸਾਰੇ ਕਿ ਇਹ ਬਹੁਤ ਰੁੱਖਾ ਹੈ, ਬਹੁਤ ਕੌੜਾ ਹੈ। ਸੋਏ ਸ਼ੋਭਾ, ਲੋਕ ਰਾਏ,
ਫਿਰ ਲੋਕਾਂ ਦੀ ਰਾਏ ਬਣ ਜਾਏਗੀ ਕੌੜਾ ਹੈ। ਪਰ ਇਹ ਫਿੱਕੇ ਬੋਲਾਂ ਦਾ ਸੰਬੰਧ ਕੇਵਲ ਜ਼ੁਬਾਨ ਨਾਲ ਨਹੀਂ, ਅੱਗੇ ਸਤਿਗੁਰੂ ਜੀ ਭੇਦ ਖੋਲਣਗੇ। ਫਿੱਕਾ ਦਰਗਾਹ ਸੱਟੀ ਹੈ, ਮੋਹ ਤੁਕਾਂ ਫਿੱਕੇ ਪਾਏ। ਜੋ ਅੰਦਰੋਂ ਫਿੱਕਾ ਹੈ, ਜਿਹਦੀ ਸੋਚ ਫਿੱਕੀ ਹੈ, ਜਿਹਦਾ ਸੁਭਾਅ ਰੁੱਖਾ ਹੈ, ਜਿਹਦੀ ਸੋਚ ਰੁੱਖੀ ਹੈ, ਜਿਹਦੇ ਭਾਵਨਾ ਰੁੱਖੀ ਹੈ, ਉਹ ਰੱਬ ਦੀ ਦਰਗਾਹ ਵਿੱਚ ਮਾਣ ਨਹੀਂ ਪਾ ਸਕਦਾ, ਉਹਨੂੰ ਬਖਸ਼ਿਸ਼ ਨਹੀਂ ਮਿਲ ਸਕਦੀ। ਮੋਹ ਤੁਕਾਂ ਪਾਏ ਦੇ ਅਰਥ ਹੈ ਉਹਦੀ ਹਮੇਸ਼ਾ ਬੇਇੱਜ਼ਤੀ ਹੁੰਦੀ ਹੈ, ਉਹ ਹਮੇਸ਼ਾ ਹੀ ਫੇਲ ਹੁੰਦਾ ਹੈ। ਉਹ ਆਪਣੇ ਘਰ ਵਿੱਚ ਵੀ ਫੇਲ, ਆਪਣੇ ਬੱਚਿਆਂ ਪ੍ਰਤੀ ਵੀ ਫੇਲ। ਉਹ ਜ਼ਿੰਦਗੀ ਵਿੱਚ ਇੱਕ ਦਿਨ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ ਹੈ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਤੇ ਫਿੱਕਾ ਜਿਹੜਾ ਨਾ, ਉਹ ਰੱਬ ਦੀਆਂ ਨਜ਼ਰਾਂ 'ਚ ਮੂਰਖ ਹੈ। ਪਾਣਾ ਲਹੈ ਸਜਾਏ ਹੁੰਦਾ ਜੁੱਤੀਆਂ ਦੀ ਸਜ਼ਾ, ਭਾਵ ਉਹਨੂੰ ਮਾਰ ਪੈਂਦੀ ਹੈ। ਜੇ ਬੱਚੇ ਆਗਿਆਕਾਰੀ ਨਹੀਂ, ਮਾਰ ਪੈਗੀ। ਘਰ ਵਿੱਚ ਏਕਤਾ ਨਹੀਂ ਤੇ ਮਾਰ ਪੈਗੀ। ਜੇ ਉਲਝਣ ਤਾਣੀ ਵਿੱਚ ਉਲਝ ਗਿਆ, ਜੋ ਕਰਨਾ ਸੀ ਉਹ ਰਹਿ ਗਿਆ, ਮਾਰ ਪੈਗੀ। ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਗਲਾ ਸ਼ਲੋਕ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਗੱਲ ਤੇ ਅੰਦਰਲੇ ਸੋਚ ਸੁਭਾਅ ਦੀ ਹੈ। ਜਿਹੜੇ ਅੰਦਰੋਂ ਝੂਠੇ ਨੇ, ਆਪਣੇ ਸਵਾਰਥ ਨੂੰ ਪੂਰਾ ਕਰਨ ਵਾਸਤੇ ਚਾਪਲੂਸੀਆਂ ਵਰਤਦੇ ਨੇ, ਉਹ ਅੰਦਰੋਂ ਝੂਠੇ ਨੇ। ਆਪਣਾ ਕੰਮ ਕੱਢਣ ਵਾਸਤੇ ਚੁਸਤ ਚਲਾਕੀਆਂ ਵਰਤਦੇ ਨੇ, ਅੰਦਰੋਂ ਝੂਠੇ ਨੇ। ਹੰਕਾਰ ਗੁਮਾਨ ਵਿੱਚ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਨੇ, ਅੰਦਰੋਂ ਝੂਠੇ ਨੇ। ਪੈਜ ਬਾਹਰ, ਬਾਹਰੋਂ ਆਪਣੀ ਇੱਜ਼ਤ ਬਣਾ ਕੇ ਰੱਖਦੇ ਨੇ। ਦੁਨੀਆ ਅੰਦਰ ਫੈਲ, ਲੋਕਾਂ ਤੇ ਭਾਵੇਂ ਉਹ ਛਾ ਜਾਂਦੇ ਨੇ, ਪਰ ਉਹ ਅੰਦਰੋਂ ਮੈਲੇ ਹੋਣ ਕਰਕੇ 8-60 ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਉਹ ਚਾਹੇ ਲੱਖਾਂ 68 ਤੀਰਥਾਂ ਦੇ ਇਸ਼ਨਾਨ ਕਰ ਲੈਣ, ਉਹਨਾਂ ਦੇ ਸੁਭਾਅ ਦੀ ਸੋਚ ਦੀ ਮੈਲ ਉਤਰੇਗੀ ਨਹੀਂ। ਉਹ ਨਿੰਦਕ ਦੇ ਨਿੰਦਕ ਰਹਿ ਜਾਂਦੇ ਨੇ, ਉਹ ਸਵਾਰਥੀ ਲੋਭੀ ਰਹਿ ਜਾਂਦੇ ਨੇ। ਸੁਭਾਅ ਕ੍ਰੋਧੀ ਬਣਿਆ ਰਹਿੰਦਾ ਹੈ, ਹੰਕਾਰੀ ਬਣਿਆ ਰਹਿੰਦਾ ਹੈ। ਪਰ ਦੂਜੇ ਪਾਸੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਹੜੇ ਅੰਦਰੋਂ ਸ਼ੁੱਧ ਨੀਅਤ ਵਾਲੇ ਨੇ, ਜਿਹੜੇ ਅੰਦਰੋਂ ਦੂਸਰਿਆਂ ਲਈ ਆਪਾ ਵਾਰਨ ਦੀ ਭਾਵਨਾ ਰੱਖਦੇ ਨੇ, ਜਿਹੜੇ ਦੂਸਰਿਆਂ ਦਾ ਭਲਾ ਲੋਚਦੇ ਨੇ, ਉਹ ਬਾਹਰੋਂ ਭਾਵੇਂ ਦੁਨੀਆ ਨੂੰ ਚੰਗੇ ਨਹੀਂ ਲੱਗਦੇ, ਭਾਵੇਂ ਦੁਨੀਆ ਉਹਨਾਂ ਨੂੰ ਰੁੱਖਾ ਸਮਝੇ, ਕੌੜਾ ਸਮਝੇ, ਹੰਕਾਰੀ ਸਮਝੇ, ਜੋ ਮਰਜ਼ੀ ਸਮਝੀ ਜਾਣ, ਪਰ ਉਹ ਰੱਬ ਦੀਆਂ ਨਜ਼ਰਾਂ 'ਚ ਭਲੇ ਨੇ। ਪਤਾ ਕਿਉਂ? ਤੈਨ ਨੇਹ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਉਹ ਤਾਂ ਆਪਣੇ ਪਿਆਰੇ ਪ੍ਰਭੂ ਦੇ ਲਈ, ਆਪਣੇ ਗੁਰੂ ਪਿਤਾ ਜੀ ਦੇ ਲਈ ਆਪਾ ਵਾਰਦੇ ਨੇ। ਉਹ ਤਾਂ ਇਸ ਤਰੀਕੇ ਨਾਲ ਜੀਵਨ ਜਿਉਂਦੇ ਨੇ ਦੂਜਿਆਂ ਦੇ ਭਲੇ ਲਈ, ਕਿ ਮੈਨੂੰ ਤਾਂ ਇਹਦੇ ਵਿੱਚੋਂ ਹੀ ਗੁਰੂ ਦੇ ਦੀਦਾਰ ਹੁੰਦੇ ਨੇ, ਮੈਨੂੰ ਤਾਂ ਇਸ ਵਿੱਚੋਂ ਹੀ ਰੱਬ ਦੇ ਦੀਦਾਰ ਹੁੰਦੇ ਨੇ। ਉਹ ਆਪਣੀ ਮੌਜ ਵਿੱਚ ਜੀਵਨ ਜਿਉਂਦੇ ਨੇ, ਰਿਜ਼ਰਵ ਰਹਿ ਕੇ ਜੀਵਨ ਜਿਉਂਦੇ ਨੇ। ਰੰਗ ਹੱਸੈਂ ਰੰਗ ਰੋਵਹਿ, ਚੁੱਪ ਪੀ ਕਰ ਜਾਹੇ। ਉਹ ਰੱਬ ਦੇ ਪਿਆਰ ਵਿੱਚ ਕਦੀ ਹੱਸਦੇ ਨੇ, ਉਹ ਰੱਬ ਦੇ ਪਿਆਰ ਵਿੱਚ ਹੀ ਕਦੀ ਰੋਂਦੇ ਨੇ, ਉਹ ਚੁੱਪ ਵੀ ਕਰ ਜਾਂਦੇ ਨੇ। ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੇ ਨਾਹ। ਉਹਨਾਂ ਨੂੰ ਆਪਣੇ ਪਤੀ ਪਰਮੇਸ਼ਰ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ। ਉਹ ਕਿਸੇ ਦੀ ਮੁਹਤਾਜੀ ਨਹੀਂ ਕਰਦੇ। ਉਹ ਆਪਣੇ ਮਕਸਦ ਲਈ ਕਿਸੇ ਦੇ ਅੱਗੇ ਬਿਨਾਂ ਮਤਲਬ ਨਹੀਂ ਝੁਕਦੇ। ਉਹ ਆਪਣੇ ਸਵਾਰਥ ਪੂਰਾ ਕਰਨ ਵਾਸਤੇ ਐਵੇਂ ਕਿਸੇ ਦੀਆਂ ਚਾਪਲੂਸੀਆਂ ਨਹੀਂ ਕਰਦੇ, ਤੇ ਨਾ ਕਿਸੇ ਦੀ ਆਣ ਮੰਨਦੇ ਨੇ। ਦਰ ਲਏ ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾਂ ਖਾਹੇ। ਉਹ ਜ਼ਿੰਦਗੀ ਦੇ ਰਸਤੇ ਤੇ ਜਿਉਂ-ਜਿਉਂ ਜ਼ਿੰਦਗੀ ਜਿਉਂਦੇ ਨੇ, ਰੱਬ ਤੋਂ ਇੱਕੋ ਹੀ ਚੀਜ਼ ਮੰਗਦੇ ਨੇ, ਦਾਤਿਆ ਤੇਰੀ ਬਖਸ਼ਿਸ਼ ਚਾਹੀਦੀ ਹੈ। ਦਾਤਿਆ ਪੰਥਕ ਸੇਵਾਵਾਂ ਝੋਲੀ ਪਾਉਂਦੇ ਰਹਿਣਾ। ਦਾਤਾ ਜੀ ਪੰਥਕ ਸੇਵਾਵਾਂ ਦਾ ਜਜ਼ਬਾ ਬਖਸ਼ੀ ਰੱਖਣਾ। ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜ਼ਿੰਦਗੀ ਜਿਉਣ ਦੀ ਜੁਗਤ ਸਿਖਾਈ ਰੱਖਣੀ, ਇਹ ਮੰਗਦੇ ਨੇ। ਇਹ ਜ਼ਿੰਦਗੀ 'ਚ ਕੰਮ ਦਿੰਦੀ ਹੈ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ। ਉਹ ਰੱਬ ਦਾ ਦੀਵਾਨ, ਰੱਬ ਦੀ ਦਰਗਾਹ, ਆ ਸਾਰਾ ਯੂਨੀਵਰਸ ਹੈ। ਇੱਕੋ ਇੱਕ ਉਹਦੀ ਦਰਗਾਹ ਹੈ ਜਿੱਥੇ ਕਲਮ ਏਕਾ, ਇਨਸਾਫ ਹੁੰਦਾ ਹੈ। ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਜੋ ਅੰਦਰੋਂ ਸੱਚਾ ਹੈ, ਉਹਦੀ ਹਮੇਸ਼ਾ ਜਿੱਤ ਹੋਏਗੀ।
ਜੋ ਅੰਦਰੋਂ ਰੱਬ ਨੂੰ ਸਮਰਪਿਤ ਹੈ, ਰੱਬ ਉਹਦੇ ਪੱਖ ਵਿੱਚ ਮਾਹੌਲ ਬਣਾਉਂਦਾ ਰਹੇਗਾ। ਜੋ ਅੰਦਰੋਂ ਗੁਰੂ ਸਾਹਿਬ ਨੂੰ ਸਮਰਪਿਤ ਹੈ, ਉਹ ਗੁਰੂ ਸਾਹਿਬ ਦੀ ਕੌਮ ਦੇ ਲਈ, ਚੜ੍ਹਦੀ ਕਲਾ ਲਈ, ਗੁਰੂ ਸਾਹਿਬ ਉਹਦੇ ਲਈ ਰਾਹ ਖੋਲ੍ਹਦੇ ਰਹਿੰਦੇ ਨੇ। ਉਸ ਦੇ ਲੇਖੇ ਜੋਖੇ ਵਿੱਚ ਹੀ ਇਸ ਸੰਸਾਰ ਵਿੱਚ ਚੰਗੇ ਤੇ ਮੰਦੇ ਮਨੁੱਖ ਨੇ, ਤੇ ਉਹ ਆਪਸ ਵਿੱਚ ਮੇਲ ਹੁੰਦਾ ਰਹਿੰਦਾ ਹੈ। ਕਦੀ ਮੰਦੇ ਪੁਰਸ਼ ਚੰਗੇ ਪੁਰਸ਼ਾਂ ਦਾ ਵਿਰੋਧ ਕਰਦੇ ਨੇ, ਕਦੀ ਚੰਗੇ ਬੰਦਿਆਂ ਦੇ ਰਾਹ ਵਿੱਚ ਬੁਰੇ ਬੰਦੇ ਰੁਕਾਵਟਾਂ ਖੜੀਆਂ ਕਰਦੇ ਨੇ। ਸਭ ਉਹਦਾ ਖੇਲ ਚੱਲ ਰਿਹਾ। ਦਾਰ ਲਏ ਵਾਹਿਗੁਰੂ, ਦਰ ਲਏ ਲੇਖਾ ਪੀੜ ਛੁੱਟੈ, ਨਾਨਕਾ ਜਿਉ ਤੇਲ। ਕਹਿੰਦੇ ਜਿਵੇਂ ਤੇਲ ਪੀੜਿਆ ਜਾਂਦਾ ਨਾ, ਫਿਰ ਜਿਹੜੇ ਬੁਰੀ ਸੋਚ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਹੰਕਾਰ, ਨਫ਼ਰਤ, ਲੋਭ ਲਾਲਚ ਹੈ, ਉਹ ਫਿਰ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਪੀੜੇ ਜਾਂਦੇ ਨੇ ਜਿਵੇਂ ਕੋਹਲੂ ਪੀੜਿਆ ਜਾਂਦਾ। ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਜਦੋਂ ਲੇਖਾ ਲਿਆ ਜਾਂਦਾ ਨਾ, ਘਰ ਵਿੱਚੋਂ ਸਿੱਖੀ ਨਿਕਲ ਜਾਂਦੀ ਹੈ, ਗੁਰਬਾਣੀ ਨਿਕਲ ਗਈ, ਬੱਚੇ ਆਗਿਆਕਾਰੀ ਨਾ ਰਹੇ, ਘਰ ਵਿੱਚ ਕੋਈ ਪੁੱਛਦਾ ਨਹੀਂ, ਅਖੀਰ ਖੁੰਝੇ ਲਾਗੇ ਪੀੜ ਕੇ ਸੁੱਟ ਦਿੱਤੇ। ਆਖੋ ਵਾਹਿਗੁਰੂ। ਰੱਬ ਦੀ ਚੱਕੀ ਚੱਲਦੀ ਬੜੀ ਸਲੋ ਹੈ, ਪੀਂਦੀ ਬੜਾ ਬਰੀਕ ਹੈ। ਪੌੜੀ ਇਹ 20ਵੀਂ ਪੌੜੀ ਹੈ ਆਸਾ ਰਾਗ ਦੀ ਵਾਰ ਦੀ। ਆਪੇ ਹੀ ਕਰਨਾ ਕੀਓ, ਕੱਲ ਆਪੇ ਹੀ ਤੈ ਧਾਰੀ ਹੈ। ਇਹ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ, ਤੇ ਆਪ ਹੀ ਹਰ ਥਾਂ ਤੇ ਆਪਣੀ ਸਤਾ ਟਿਕਾਈ ਹੋਈ ਹੈ, ਆਪਣੀ ਤਾਕਤ, ਆਪਣੀ ਸ਼ਕਤੀ। ਦੇਖੈਂ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਜਿਹੜੇ ਸ਼ਤਰੰਜ ਦੀ ਬਾਜੀ ਖੇਡਦੇ ਸੀ ਨਾ, ਉਹ ਚ ਨਰਦਾ ਜੇ ਤਾਂ ਸਿਰੇ ਪਹੁੰਚ ਗਈ ਤਾਂ ਪੱਕੀ ਹੈ, ਬਾਜੀ ਜਿੱਤ ਗਏ, ਤੇ ਨਹੀਂ ਤਾਂ ਕੱਚੀ ਰਹਿ ਗਈ, ਬਾਜੀ ਹਾਰ ਗਏ। ਉਹ ਜ਼ਿੰਦਗੀ ਬਣਾਈਆਂ ਉਹਨੇ, ਦੇਖ ਰਿਹਾ ਆਪਣੇ ਕੀਤੇ ਹੋਏ ਨੂੰ, ਕੌਣ ਅੰਦਰੋਂ ਪੱਕਾ ਹੈ ਤੇ ਕੌਣ ਅੰਦਰੋਂ ਕੱਚਾ ਹੈ। ਉਹ ਦੇਖ ਰਿਹਾ, ਜਿੰਨੀ ਕੁ ਉਹਦੀ ਸੋਚ ਸੁਭਾਅ ਦੀ ਝੋਲੀ ਹੈ, ਉਨੀ ਕੁ ਦਾਤ ਪਾ ਦਿੰਦਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਵੀ ਇੱਥੇ ਆਇਆ, ਹਰ ਇੱਕ ਨੇ ਚਲੇ ਜਾਣਾ, ਇੱਕ ਇੱਕ ਕਰਕੇ ਸਭ ਦੀ ਵਾਰੀ ਲੱਗਣੀ ਹੈ। ਮੌਤ ਨੇ ਅਵਸ਼ ਆਉਣਾ ਹੈ। ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਤੇ ਜਿਨ੍ਹਾਂ ਦੇ ਇਸ ਸਰੀਰ ਵਿੱਚ ਪ੍ਰਾਣ ਚੱਲਦੇ ਨੇ, ਉਹ ਕਿਉਂ ਰੱਬ ਨੂੰ ਭੁਲਾਉਣ। ਭਾਵ ਹਰ ਵੇਲੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਚਾਹੀਦਾ, ਉਹਦੀ ਭੈ ਭਾਵਨੀ ਵਿੱਚ ਜਿਉਣਾ ਚਾਹੀਦਾ। ਹਰ ਵੇਲੇ ਰੱਬੀ ਉਪਦੇਸ਼ਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ ਚਾਹੀਦਾ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਆਪ ਆਪਣੇ ਹੱਥਾਂ ਨਾਲ ਕਾਰ ਸਵਾਰਨਾ ਚਾਹੀਦਾ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਗੁਰਬਾਣੀ ਪਾਠ ਕਰਾਉਣ ਦਾ ਵਿਸ਼ਾ ਨਹੀਂ, ਪਾਠ ਕਰਨ ਦਾ ਵਿਸ਼ਾ ਹੈ। ਜਦੋਂ ਲੋਕ ਅਨਪੜ੍ਹ ਸਨ, ਮਜਬੂਰੀ ਸੀ, ਚਾਓ ਸੀ ਬਾਣੀ ਸੁਣੀਏ, ਪੜ੍ਹ ਨਹੀਂ ਸਕਦੇ ਤਾਂ ਸੁਣਦੇ ਸਨ। ਅੱਜ ਪੜ੍ਹਿਆ ਲਿਖਿਆ ਯੁੱਗ ਹੈ, ਆਪ ਬਾਣੀ ਪੜ੍ਹਨੀ। ਧਰਮ ਕਿਸੇ ਤੋਂ ਨਹੀਂ ਨਿਭਾਇਆ ਜਾਂਦਾ ਹੁੰਦਾ, ਆਪ ਨਿਭਾਉਣਾ ਹੈ। ਕਿਉਂ ਕਿਸੇ ਤੋਂ ਅਰਦਾਸ ਕਰਵਾਉਂ, ਆਪ ਅਰਦਾਸ ਕਰਨੀ ਸਿੱਖੋ। ਆਪ ਆਪਣੇ ਘਰ ਵਿੱਚ ਗੁਰਪੁਰਬ ਮਨਾਓ, ਆਪ ਗੁਰਬਾਣੀ ਅਰਥਾਂ ਸਮੇਤ ਪੜ੍ਹੋ। ਕਿਸੇ ਨੂੰ ਵਿਚੋਲਾ ਕਿਉਂ ਪਾਓ। ਆਪ ਆਪਣੇ ਸੋਚ ਸੁਭਾਅ ਨੂੰ ਸੰਵਾਰਨ ਵਾਸਤੇ ਉਦਮ ਕਰਨਾ ਹੈ। ਆਪ ਖੁਦ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਿੱਖਣਾ ਹੈ, ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਆਪ ਯਤਨ ਕਰਨੇ ਨੇ। ਕੱਲ ਨੂੰ ਫਿਰ 474 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।